ਅੱਜ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਰਵਿੰਦਰ ਸਿੰਘ ਬਾਸੀ ਜੀ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਜੋਲੀ ਜੀ ਕਹਿੰਦੇ ਨੇ। ਕੱਲ੍ਹ ਸਾਡੀ ਗੱਲ ਹੋ ਰਹੀ ਸੀਗੀ ਆਨੰਦਪੁਰ ਸਾਹਿਬ ਦਾ ਜਿਹੜਾ ਮਤਾ ਹੈਗਾ ਕਿ ਉਹਨੂੰ ਕਿਵੇਂ ਪਰਸੀਵ ਕਰਦੇ ਆ ਆਮ ਲੋਕੀ, ਕਿ ਇਹ ਇੱਕ ਸੈਪਰੇਟਿਸਟ ਡਿਮਾਂਡ ਸੀ ਪੰਜਾਬੀ ਲੋਕਾਂ ਦੀ। ਤੇ ਪ੍ਰਧਾਨ ਜੀ ਨਾਲ ਗੱਲ ਹੋਈ ਤੇ ਪ੍ਰਧਾਨ ਜੀ ਕਹਿੰਦੇ ਕਿ ਇਦਾਂ ਦੀ ਕੋਈ ਗੱਲ ਨਹੀਂ। ਤੇ ਅੱਜ ਆਪਾਂ ਕੁਦਰਤੀ ਇਕੱਠੇ ਹੋਏ ਆ ਤੇ ਪ੍ਰਧਾਨ ਜੀ ਇਸ ਦੇ ਬਾਰੇ ਸਾਨੂੰ ਦੱਸਣਾ ਚਾਹੁੰਦੇ ਕਿ ਵੀ ਆਨੰਦਪੁਰ ਸਾਹਿਬ ਦਾ ਮਤਾ ਐਕਚੁਅਲ ਦੇ ਵਿੱਚ ਹੈ ਕੀ ਸੀ। ਪ੍ਰਧਾਨ ਜੀ ਦੇਖੋ, ਸਟੇਟ ਨੇ ਜਿਵੇਂ ਪੰਜਾਬ ਨਾਲ ਜੋ ਪਿਛਲੇ 40 ਸਾਲ ਤੋਂ ਧੱਕਾ ਹੁੰਦਾ ਆ ਰਿਹਾ, ਤੇ ਮੈਨੂੰ ਬੜਾ ਮਿਊਸ ਹੁੰਦਾ ਵੀ ਕਿਉਂ ਨਹੀਂ ਲੋਕਾਂ ਦੇ ਵਿੱਚ ਇਹ ਗੱਲ ਨੂੰ ਬੜੇ ਸਟਰੋਂਗ ਢੰਗ ਨਾਲ ਪ੍ਰਚਾਰਿਆ ਗਿਆ ਵੀ ਜਿਸ ਨੂੰ ਬੇਸ ਬਣਾ ਕੇ ਪੰਜਾਬ ਦੇ ਵਿੱਚ ਇੰਨਾ ਕਤਲੋਗਾਰਤ ਹੋਈ ਹੈ ਤੇ ਸਾਡੀ ਨੌਜਵਾਨੀ ਦਾ ਘਾਣ ਹੋਇਆ, ਉਹ ਕਿਉਂ ਹੋਇਆ। ਨਾ ਤਾਂ ਕਿਸੇ ਲੀਡਰ ਨੇ ਸੈਪਰੇਟ ਸਟੇਟ ਦੀ ਮੰਗ ਕੀਤੀ। 1973 ਤੋਂ ਅਕਾਲੀ ਦਲ ਫੈਡਰਲ ਸਟਰਕਚਰ ਦੀ ਗੱਲ ਕਰਦਾ ਆ ਰਿਹਾ ਸੀ। 1978 ਦੇ ਵਿੱਚ ਆ ਕੇ ਇਹਨਾਂ ਨੇ ਇੱਕ ਜੁਆਇੰਟ ਰੈਜ਼ੋਲੂਸ਼ਨ ਪਾਸ ਕੀਤੇ ਜੋ ਕਿ ਸਿਰਫ ਡਿਮਾਂਡ ਸੀ, ਤੇ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਡਿਮਾਂਡ ਰੱਖਣਾ ਕੋਈ ਗੁਨਾਹ ਨਹੀਂ ਹੈ। ਤੇ ਏਜੰਸੀਆਂ ਨੇ ਤੇ ਕਾਂਗਰਸ ਨੇ ਤੇ ਜਾਂ ਸੈਂਟਰਲ ਗਵਰਨਮੈਂਟ ਨੇ ਉਸ ਰੈਜ਼ੋਲੂਸ਼ਨ ਨੂੰ, ਅਨੰਦਪੁਰ ਸਾਹਿਬ ਦੇ ਮਤੇ ਨੂੰ ਇੱਕ ਸੈਪਰੇਟਿਸਟ ਏਜੰਡਾ ਬਣਾ ਕੇ ਪੰਜਾਬ ਦੇ ਲੋਕਾਂ ਨਾਲ ਬਹੁਤ ਧੱਕਾ ਕੀਤਾ, ਪਰਿਵਾਰਾਂ ਦੇ ਪਰਿਵਾਰ ਉਜਾੜਤੇ। ਤੇ ਆਮ ਹਿੰਦੁਸਤਾਨੀਆਂ ਦੇ ਮਨ ਦੇ ਵਿੱਚ ਇੱਕ ਜਿਹੜੀ ਸਿੱਖਾਂ ਦੀ ਇੱਕ ਪਿਓਰ ਜਾਂ ਸੱਚੀ ਸੋਚ ਸੀ, ਉਹਨੂੰ ਇੱਕ ਅੱਤਵਾਦੀ ਦੀ ਦਿੱਖ ਬਣਾ ਦਿੱਤਾ। ਪ੍ਰਧਾਨ ਜੀ ਦੱਸ ਸਕਦੇ ਕਿ ਇਹਦੇ ਵਿੱਚ ਕਿੰਨੀਆਂ ਡਿਮਾਂਡਸ ਰੱਖੀਆਂ ਗਈਆਂ ਸੀ ਜਾਂ ਕਿੰਨੇ ਰੈਜ਼ੋਲੂਸ਼ਨ ਪਾਸ ਹੋਏ ਸੀ? ਬੜਾ ਦੁੱਖ ਵੀ ਹੁੰਦਾ ਹੈ ਤੇ ਸ਼ਰਮ ਵੀ ਆਉਂਦੀ ਹੈ। ਟੋਟਲ 12 ਡਿਮਾਂਡ ਸੀਗੀਆਂ। ਤੇ ਪ੍ਰਧਾਨ ਜੀ ਕਿਸ ਬਾਰੇ ਸੀ ਇਹ ਜਿਹੜੀਆਂ ਡਿਮਾਂਡ ਸੀ, ਇਹ ਕੀ ਸੀਗੀਆਂ? ਇਹਦੇ ਵਿੱਚ ਕੁਝ ਡਿਮਾਂਡਸ ਤਾਂ ਦੇਖ ਕੇ ਐਂ ਲੱਗਦਾ ਵੀ ਇਹਨਾਂ ਡਿਮਾਂਡਸ ਦੇ ਵਿੱਚ ਵਾਸਤੇ ਆਪਾਂ ਕਿਸੇ ਦੇ ਇੱਕ ਡੰਡਾ ਨਹੀਂ ਮਾਰ ਸਕਦੇ, ਲੇਕਿਨ ਪੰਜਾਬ ਦੇ ਵਿੱਚ ਇਹਨਾਂ ਡਿਮਾਂਡਸ ਦੇ ਕਾਰਨ ਕਤਲ ਕਰ ਦਿੱਤੀ ਗਿਆ ਨੌਜਵਾਨਾਂ ਦੇ। ਤੇ ਇੱਕ ਡਿਮਾਂਡ ਇਹਦੇ ਸੀਗੀ ਕਿ ਜਿਹੜੇ ਸਾਡੇ ਹਰਿਮੰਦਰ ਸਾਹਿਬ ਹੈ, ਜੋ ਸਿੱਖਾਂ ਦਾ ਸਭ ਤੋਂ ਜ਼ਿਆਦਾ ਪੂਜਨੀय ਸਥਾਨ ਹੈ, ਵੀ ਉੱਥੇ ਇੱਕ ਰੇਡੀਓ ਸਟੇਸ਼ਨ ਸਥਾਪਿਤ ਕੀਤਾ ਜਾਵੇ। ਤੇ ਉਹ ਰੇਡੀਓ ਸਟੇਸ਼ਨ ਸਵੇਰੇ 2 ਘੰਟੇ, ਸ਼ਾਮੀ 2 ਘੰਟੇ ਜਿਹੜੀ ਗੁਰਬਾਣੀ ਹੈ ਉਹਨੂੰ ਉੱਥੋਂ ਚਲਾਵੇ, ਤਾਂ ਕਿ ਜਿਹੜੇ ਸਿੱਖ ਸਾਰੇ ਹਿੰਦੁਸਤਾਨ ਤੋਂ ਬਾਹਰ ਵੱਸਦੇ ਹੈ, ਹਿੰਦੁਸਤਾਨ 'ਚ ਵੱਸਦੇ ਹੈ, ਉਹ ਘਰੇ ਬੈਠ ਕੇ ਆਪਣੀ ਗੁਰਬਾਣੀ ਦਾ ਸੇਵਨ ਕਰ ਸਕਣ। ਤੇ ਪ੍ਰਧਾਨ ਜੀ ਇਹ ਤਾਂ ਮੰਨ ਹੀ ਲਈ ਇਹਨਾਂ ਦੇ। ਹੁਣ ਤਾਂ ਉੱਥੇ ਰੇਡੀਓ ਸਟੇਸ਼ਨ ਛੱਡੋ, ਟੀਵੀ ਸਟੇਸ਼ਨ ਉੱਥੇ ਤਾਂ ਹਾਂ ਹੁਣ 24 ਘੰਟੇ ਪ੍ਰਸਾਰਣ ਹੋ ਰਿਹਾ। ਤੇ ਪ੍ਰਧਾਨ ਜੀ ਹੋਰ ਇਹਦੇ ਵਿੱਚ ਜਿਹੜੀਆਂ ਡਿਮਾਂਡ ਸੀ ਉਹ ਕਿਸ ਬਾਰੇ ਸੀਗੀਆਂ? ਤੇ ਇੱਕ ਹੋ ਗਈ ਕਿ ਇੱਕ ਇਹਦੇ ਵਿੱਚ ਇੱਕ ਇਹ ਡਿਮਾਂਡ ਹੋ ਗਈ। ਦੂਜੀ ਡਿਮਾਂਡ ਸੀਗੀ ਵੀ ਜਿਹੜੇ ਸਮਾਜ ਦੇ ਕੋਈ ਵੀ ਵਰਗ ਹੈ, ਚਾਹੇ ਉਹ ਸਾਡਾ SC ਵਰਗ ਹੈ, ਜਨਰਲ ਵਰਗ ਹੈ, ਉਹਨਾਂ ਦੀ ਇਕਨੋਮਿਕਲ ਸਟੇਟਸ ਨੂੰ ਚੱਕਣ ਵਾਸਤੇ ਕੋਈ ਇੱਕ ਐਸਾ ਅੱਡ ਤੋਂ ਡਿਪਾਰਟਮੈਂਟ ਬਣਾਇਆ ਜਾਵੇ ਤਾਂ ਕਿ ਇਕਨੋਮਿਕਲੀ ਜਿਹੜਾ ਸਾਰਿਆਂ ਨੂੰ ਬਰਾਬਰੀ ਦਾ ਹੱਕ ਮਿਲ ਸਕੇ। ਪ੍ਰਧਾਨ ਜੀ ਕੋਈ ਮਹਿਲਾਵਾਂ ਵਾਸਤੇ ਵੀ, ਕੋਈ ਜਨਾਨੀਆਂ ਵਾਸਤੇ, ਮਹਿਲਾਵਾਂ ਵਾਸਤੇ ਦੇਖੋ, ਮੈਂ ਕਹਿੰਦਾ ਵੀ ਮੈਂ ਸਲਾਮ ਕਰਦਾ ਉਹਨਾਂ ਦੀ ਸੋਚ ਨੂੰ। ਤੇ ਉਹਨਾਂ ਨੇ ਜਿਹੜੀ ਇੱਕ ਇਹਦੇ ਵਿੱਚ ਡਿਮਾਂਡ ਰੱਖੀ ਵੀ ਜਿਹੜੀ ਮੈਰਿਡ ਔਰਤ ਹੈ, ਜਿਸ ਬੇਟੀ ਦਾ ਵਿਆਹ ਹੋ ਜਾਂਦਾ, ਉਹ ਪਿਓ ਦੇ ਘਰੋਂ ਵੀ ਚਲੇ ਜਾਂਦੀ ਹੈ ਤੇ ਅੱਗੇ ਜਾ ਕੇ ਦੂਜੇ ਘਰ ਦੇ ਵਿੱਚ ਐਡਜਸਟ ਹੁੰਦੀ ਹੈ, ਤੇ ਰੱਬ ਨਾ ਕਰੇ ਕੋਈ ਭਾਣਾ ਵਰਤ ਜੇ, ਹਸਬੈਂਡ ਨੂੰ ਕੁਛ ਹੋ ਜੇ, ਉਹ ਨਾ ਆਪਣੇ ਪਿਓ ਵਾਲੇ ਘਰ ਦੇ ਵਿੱਚ ਉਹਦਾ ਕੋਈ ਰਾਈਟ ਰਹਿੰਦਾ ਹੈ ਤੇ ਨਾ ਹੀ ਕੋਈ ਅੱਗੇ ਕੋਈ ਰਾਈਟ ਰਹਿੰਦਾ ਸੀ। ਤੇ ਇੱਕ ਡਿਮਾਂਡ ਬੜੀ ਅੱਛੀ ਰੱਖੀ ਵੀ ਜਿਹੜੀ ਔਰਤ ਹੈ, ਜਿਹੜੀ ਵਿਆਹ ਹੋ ਜਾਂਦੀ ਹੈ, ਤੇ ਉਹਦੇ ਡਾਇਰੈਕਟ ਰਾਈਟ ਜਿਹੜਾ ਉਹਦੇ ਸਹੁਰੇ ਪਰਿਵਾਰ ਦੀ ਸਟੇਟ ਹੈ, ਪ੍ਰਾਪਰਟੀ ਹੈ, ਉਹਦਾ ਰਾਈਟ ਜਨਰੇਟ ਕੀਤਾ ਜਾਵੇ ਤਾਂ ਕਿ ਉਹਦਾ ਜਿਹੜਾ ਫਿਊਚਰ ਉਹ ਸੇਫ ਰਹੇ। ਹੁਣ ਇਹੋ ਜਿਹੀਆਂ ਗੱਲਾਂ ਨੂੰ ਲੈ ਕੇ ਤੇ ਏਜੰਸੀਆਂ ਨੇ ਇਹਨੂੰ ਇੱਕ ਖਾਲਿਸਤਾਨੀ ਮੂਵਮੈਂਟ ਬਣਾਤਾ ਤੇ ਲੋਕਾਂ ਨੂੰ ਜੋ ਲੋਕਾਂ ਨਾਲ ਜ਼ੁਲਮ ਕੀਤਾ, ਜ਼ਬਰ ਕੀਤਾ। ਤੇ ਨਾ ਹੀ ਸਾਡਾ ਕੋਈ ਵੀ ਪੋਲੀਟੀਕਲ, ਸਾਰੀਆਂ ਪੋਲੀਟੀਕਲ ਪਾਰਟੀਆਂ ਜੋ ਪੰਜਾਬ ਨਾਲ ਸੰਬੰਧ ਰੱਖਦੀਆਂ, ਮੇਰੇ ਖਿਆਲ ਇਹਨਾਂ ਨੇ ਕਿਸੇ ਨੇ ਜਾਂ ਤਾਂ ਰੈਜ਼ੋਲੂਸ਼ਨ ਪੜ੍ਹੇ ਨਹੀਂ ਜਾਂ ਆਨੰਦਪੁਰ ਮਤੇ ਨੂੰ ਸਟੱਡੀ ਨਹੀਂ ਕੀਤਾ। ਤੇ ਕਿਉਂ ਇਹਨਾਂ ਨੇ ਇੱਕ ਜਿਹੜਾ ਸਮਾਜ ਨੂੰ ਅੱਛੀ ਸੋਚ ਤੇ ਸਿਹਤਮੰਦ ਬਣਾਉਣੇ ਵਾਲਾ ਇੱਕ ਜਿਹੜੇ ਰੈਜ਼ੋਲੂਸ਼ਨ ਸੀ, ਉਹਨਾਂ ਨੂੰ ਇਹਨਾਂ ਨੇ ਸਾਈਡਲਾਈਨ ਕਰਤਾ ਤੇ ਉਹਨੂੰ ਇੱਕ ਸੈਪਰੇਟਿਸਟ ਮੂਵਮੈਂਟ ਦੇ ਤੌਰ ਤੇ ਗਦਾਤਾ। ਤੇ ਹੁਣ ਇਹਦੇ ਵਿੱਚ ਇੱਕ ਡਿਮਾਂਡ ਸੀਗੀ ਜਿਹੜੇ ਪੰਜਾਬੀ ਬੋਲਦੇ ਇਲਾਕੇ, ਜੋ ਪੰਜਾਬੀ ਲੈਂਗੁਏਜ ਹੈ, ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਹੈ, ਉਹਨਾਂ ਨੂੰ ਪੰਜਾਬ ਨੂੰ ਦਿੱਤਾ ਜਾਵੇ ਇਲਾਕੇ। ਬਹੁਤ ਸਾਰਾ ਇਲਾਕਾ ਜਿਵੇਂ ਅੰਬਾਲੇ ਦਾ ਹੋ ਗਿਆ, ਹਿਮਾਚਲ ਦੇ ਵਿੱਚ ਸੋਲਨ ਡਿਸਟ੍ਰਿਕਟ ਹੋ ਗਿਆ, ਇਹ ਸਾਰੇ ਇਹਨਾਂ ਨੇ ਜਬਰੀ ਪੰਜਾਬ ਤੋਂ ਅੱਡ ਕੀਤੇ। ਕੁਛ ਪਾਰਟ ਰਾਜਸਥਾਨ ਦਾ,
ਉਸ ਤੋਂ ਬਾਅਦ ਸਾਡਾ BBMB ਹੈ, BBMB ਜਿਹੜਾ ਭਾਖੜ ਬਿਆਸ ਬੋਰਡ ਹੈ, ਤੇ ਮੈਨੂੰ ਹੁਣੇ ਪਤਾ ਲੱਗਿਆ ਵੀ ਸੈਂਟਰ ਗੌਰਮੈਂਟ ਨੇ ਉਹਦੇ ਜੋ ਪੰਜਾਬ ਦਾ ਹੱਕੇ ਕੱਢ ਦਿੱਤਾ ਹੈ, ਜੋ ਸੁਣਨ ਚ ਆ ਰਿਹਾ, ਹਲੇ ਪੂਰਾ ਮੈਨੂੰ ਪਤਾ ਨਹੀਂ ਲੱਗਿਆ। ਤੇ ਉਹ ਜਿਹੜੀ ਇਸ ਕਿਹਨਾਂ 'ਚ ਐਗਰੀਮੈਂਟ ਹੁੰਦਾ, ਉਹ ਹੁੰਦਾ ਪੰਜਾਬ 'ਚ, ਹਰਿਆਣੇ 'ਚ, ਆਪਣਾ ਰਾਜਸਥਾਨ ਨਾਲ ਉਹਦੇ 'ਚ ਨਹੀਂ ਹੈ, ਗੰਗਾਨਗਰ ਸਟੇਟ ਨਾਲ ਸੀ। ਜਿਹੜਾ ਮਹਾਰਾਜਾ ਗੰਗਾ ਸਿੰਘ ਸੀਗਾ, ਉਹਨੇ ਆਪਣੀ ਰਿਆਸਤ ਵਾਸਤੇ ਪਾਣੀ ਪੰਜਾਬ ਤੋਂ ਲਿਆ ਸੀ ਤੇ ਇੱਥੇ ਪੈਸਾ ਇਨਵੈਸਟ ਕੀਤਾ ਸੀ। ਉਹਦੇ 'ਚ ਰਾਜਸਥਾਨ ਦਾ ਕੋਈ ਰਾਈਟ ਨਹੀਂ ਸੀਗਾ। ਲੇਕਿਨ ਕਿਵੇਂ ਇਹਨਾਂ ਨੇ ਟਾਈਮ ਦੇ ਨਾਲ ਨਾਲ ਉਹਨਾਂ ਐਗਰੀਮੈਂਟਸ ਨੂੰ ਗਾਇਬ ਕਰਕੇ ਹੁਣ ਭਾਖੜੇ ਦੇ ਉੱਤੇ ਸਾਰਾ ਹੀ ਸੈਂਟਰ ਆਪਣਾ ਕੰਟਰੋਲ ਕਰੀ ਬੈਠਾ, ਪੰਜਾਬ ਦੀ ਰਾਇਲਟੀ ਖਾ ਰਹੇ ਹੈ, ਤੇ ਪੰਜਾਬ ਨੂੰ ਇਕਨੋਮਿਕਲੀ, ਪੰਜਾਬੀਆਂ ਨੂੰ ਪਰਟੀਕੁਲਰਲੀ ਸਿੱਖਾਂ ਨੂੰ ਕਿਵੇਂ ਇਕਨੋਮਿਕਲੀ ਕਮਜ਼ੋਰ ਕੀਤਾ ਜਾਵੇ, ਤੋੜਿਆ ਜਾਵੇ। ਇਹ 70 ਸਾਲ ਦੀ ਆਜ਼ਾਦੀ ਦਾ ਇਹ ਸਿੱਖਾਂ ਤੇ ਪੰਜਾਬੀਆਂ ਨੂੰ ਦੇਣ ਇਹ ਹਿੰਦੁਸਤਾਨ ਨੇ ਦਿੱਤੀ। ਪ੍ਰਧਾਨ ਜੀ ਦੇ ਵਿੱਚ ਇੱਕ ਆਰਟੀਕਲ 370 ਬਾਰੇ ਵੀ ਗੱਲ ਕੀਤੀ ਗਈ, ਉਹਦੇ ਬਾਰੇ ਥੋੜਾ ਦੇਖੋ, ਉਦੋਂ ਜੋ ਵੀ ਜਿਨ੍ਹਾਂ ਨੇ ਵੀ ਇਹ ਰੈਜ਼ੋਲੂਸ਼ਨ ਤਿਆਰ ਕੀਤੇ ਬੜੀ ਉੱਚੀ ਸੋਚ ਰੱਖਦੇ ਸੀਗੇ, ਉਹਨਾਂ ਨੇ 370 ਨੂੰ ਕਿਹਾ ਵੀ ਜਾਂ ਤਾਂ ਇਹਨੂੰ ਖਤਮ ਕਰੋ ਜਾਂ ਪੰਜਾਬ ਨੂੰ ਵੀ ਸਟੇਟਸ, ਸਾਨੂੰ ਵੀ ਉਹੀ ਇਕੁਅਲ ਸਟੇਟਸ ਦਿੱਤਾ ਜਾਵੇ। ਤੇ ਉਹ ਹੁਣ ਮੋਦੀ ਸਾਹਿਬ ਨੇ ਆਪੇ ਤੋੜਤਾ। ਹੁਣ ਜਿਹੜੀਆਂ ਡਿਮਾਂਡਸ ਰੈਜ਼ੋਲੂਸ਼ਨ ਅਨੰਦਪੁਰ ਸਾਹਿਬ ਦਾ ਕਰ ਰਿਹਾ ਸੀ, ਉਹਦੇ 'ਚ ਪੜ੍ਹਨ ਤੋਂ ਪਤਾ ਲੱਗਦਾ ਵੀ ਇੱਕ ਵੀ ਡਿਮਾਂਡ ਕਿਤੇ ਵੀ ਸੈਪਰੇਟ ਸਟੇਟ ਦੀ ਗੱਲ ਨਹੀਂ ਕੀਤੀ ਗਈ ਹੈ। ਤੇ ਐਸੇ ਅਨੰਦਪੁਰ ਮਤੇ ਵਾਸਤੇ ਧਰਮ ਯੁੱਧ ਮੋਰਚਾ ਲੱਗਦਾ ਹੈ, ਐਸੇ ਅਨੰਦਪੁਰ ਸਾਹਿਬ ਦੇ ਮਤਿਆਂ ਵਾਸਤੇ ਗ੍ਰਿਫਤਾਰੀਆਂ ਹੁੰਦੀਆਂ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸ਼ਾਂਤੀਪੂਰਵਕ ਆਪਣਾ ਇਕਾਈ ਸਟੇਸ਼ਨ ਸ਼ੁਰੂ ਕਰਦੀ ਹੈ ਤਾਂ ਕਿ ਇਹ ਜਿਹੜਾ ਅਨੰਦਪੁਰ ਦਾ ਮਤਾ ਇਹਨੂੰ ਇੰਪਲੀਮੈਂਟ ਕੀਤਾ ਜਾ ਸਕੇ। ਤੇ ਅਸੀਂ ਉਸ ਇੱਕ ਸ਼ਾਂਤੀਪੂਰਵਕ ਜਿਹੜਾ ਮਾਹੌਲ ਚੱਲਿਆ ਤੇ ਡਿਮਾਂਡਸ ਨੂੰ ਮਨਾਉਣ ਵਾਸਤੇ ਲੋਕ ਨਿਕਲੇ, ਉਹਨਾਂ ਨੂੰ ਸਟੇਟ ਨੇ ਭਗੌੜੇ ਬਣਾ ਕੇ ਕੋ ਕੇ ਮਾਰਿਆ। ਤੇ ਬੜਾ ਦੁੱਖ ਹੁੰਦਾ ਕਿ ਜਦੋਂ ਵੀ ਕੋਈ ਵੀ ਹੁਣ ਜਿਹੜੇ ਗੈਰ ਸਿੱਖ ਹੈ, ਉਹ ਜੇ ਅਸੀਂ ਅਨੰਦਪੁਰ ਦੀ ਗੱਲ ਕਰਦੇ ਹਾਂ, ਇਹ ਤਾਂ ਅੱਤਵਾਦੀ ਹੈ, ਇਹ ਖਾਲਿਸਤਾਨੀ ਹੈ। ਉਹ ਖਾਲਿਸਤਾਨ ਕਿਸੇ ਨੇ ਡਿਮਾਂਡ ਹੀ ਨਹੀਂ ਕੀਤੀ। ਈਵਨ ਸੰਤ ਭਿੰਡਰਾਂ ਵਾਲਿਆਂ ਨੇ ਖਾਲਿਸਤਾਨ ਦੀ ਡਿਮਾਂਡ ਨਹੀਂ ਕੀਤੀ। ਬੜਾ ਮੈਂ ਇੱਕ ਦਿਨ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਵੀ ਹੁਣ ਅਸੀਂ ਪਾਕਿਸਤਾਨ ਜਾਂਦੇ ਹਾਂ ਵੀਜ਼ਾ ਲੈ ਕੇ, ਜੇ ਹਿੰਦੁਸਤਾਨ ਤੋਂ ਸੈਪਰੇਟ ਸਟੇਟ ਲੈਂਦੇ ਹਾਂ ਤਾਂ ਸਾਨੂੰ ਆਪਣੇ ਹੋਰ ਤਖਤਾਂ ਵਾਸਤੇ ਵੀਜ਼ੇ ਲੈਣੇ ਪੈਣਗੇ। ਇਸ ਕਰਕੇ ਅਨੰਦਪੁਰ ਦੇ ਮਤੇ ਨੂੰ ਲੋਕਾਂ ਦੇ ਵਿੱਚ ਲਿਜਾਣ ਦੀ ਬਜਾਏ ਉਹਨੂੰ ਇੱਕ ਸੈਪਰੇਟ ਏਜੰਡਾ ਬਣਾ ਕੇ ਜਿਹੜਾ ਭੰਡਿਆ ਗਿਆ, ਇਹ ਬੜਾ ਦੁੱਖ ਦੀ ਗੱਲ ਹੈ। ਤੇ ਸਾਨੂੰ ਪੰਜਾਬੀਆਂ ਨੂੰ ਖਾਸ ਕਰਕੇ, ਤੇ ਇਹ ਸਾਡਾ ਪੋਲੀਟੀਕਲ ਫੇਲੀਅਰ ਹੈ ਵੀ ਅਸੀਂ ਐਸੀਆਂ ਇੱਕ ਬੜੀਆਂ ਛੋਟੀਆਂ ਡਿਮਾਂਡਾਂ ਪਿੱਛੇ ਅਸੀਂ ਆਪਣੇ ਇੰਨੇ ਨੌਜਵਾਨ ਗਵਾਏ। ਤੇ ਅਸੀਂ ਪੰਜਾਬ ਦੇ ਵਿੱਚ ਜੋ ਕਤਲੋਗਾਰਤ ਦਾ ਸਮਾਂ ਦੇਖਿਆ, ਤੇ ਇਸ ਚੀਜ਼ ਨੂੰ ਕੋਈ ਵੀ ਅੱਗੇ ਲੈ ਕੇ ਕਿਉਂ ਨਹੀਂ ਆ ਰਿਹਾ, ਕਿਉਂ ਨਹੀਂ ਇਹ ਗੱਲਾਂ ਕਰਦਾ, ਇਹ ਸਾਡੀ ਸਮਝ ਪਰੇ। ਰਾਜੀ ਦੇ ਵਿੱਚ ਇੱਦਾਂ ਵੀ ਥੋੜ੍ਹਾ ਲਿਖਿਆ ਗਿਆ ਕਿ ਜਿਹੜੇ ਸਾਨੂੰ ਕੋਈ ਟੈਕਸਟਾਈਲ ਇੰਡਸਟਰੀ ਜਾਂ ਕੋਈ ਸ਼ੂਗਰ, ਮੈਂ ਪੜ੍ਹ ਕੇ ਤੁਹਾਨੂੰ ਸੁਣਾਉਣਾ। ਇਹਦੇ ਵਿੱਚ ਦੇਖੋ, ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਕਿਉਂਕਿ ਪੰਜਾਬ ਜਿਹੜੀ ਹੈ, ਪੰਜਾਬ ਇੱਕ ਐਗਰੀਕਲਚਰ ਬੇਸਡ ਸਟੇਟ ਹੈਗੀ ਹੈ, ਤੇ ਇਹਦੇ 'ਚ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਥੋੜ੍ਹਾ ਇੰਡਸਟਰੀ ਹੈ ਜਿਹੜੀ ਉਹ ਐਗਰੋ ਬੇਸਡ ਇੰਡਸਟਰੀ ਲਾਈ ਜਾਵੇ। ਤੇ ਇਹਦੇ ਵਿੱਚ ਪਰਟੀਕੁਲਰਲੀ ਉਹਨਾਂ ਨੇ ਇੱਕ ਟੈਕਸਟਾਈਲ ਮਿੱਲਾਂ ਵੀ 6 ਟੈਕਸਟਾਈਲ ਮਿੱਲਾਂ ਲਾ ਦਿਓ, ਤੇ ਇੱਕ ਆਪਣਾ। ਪ੍ਰਧਾਨ ਜੀ, ਇਸ ਤਰ੍ਹਾਂ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਕਿਸੇ ਏਜੰਡੇ ਦੇ ਤਹਿਤ ਪੰਜਾਬੀਆਂ ਨੂੰ ਹਮੇਸ਼ਾ ਹੀ ਥੋੜ੍ਹਾ ਵੱਖਰਾ ਕਰਕੇ ਦਿਖਾਇਆ ਜਾਂਦਾ ਹੈਗਾ, ਚਾਹੇ ਉਹਨਾਂ ਦੀ ਜਿਹੜੀ ਡਿਮਾਂਡ ਹੈਗੀ ਬਿਲਕੁਲ ਜੈਨੂਨ ਹੁੰਦੀ ਆ, ਜਾਂ ਉਹਨਾਂ ਨੂੰ ਇੱਦਾਂ ਕਹਿ ਦਿੱਤਾ ਜਾਂਦਾ, ਜਿੱਦਾਂ ਆਪਾਂ ਆਜ਼ਾਦੀ ਦੀ ਗੱਲ ਦੇ ਵਿੱਚ ਲੈ ਲਈਏ ਕਿ ਇਹ ਕਹਿ ਦਿੱਤਾ ਜਾਂਦਾ ਕਿ ਇਹ ਤਾਂ 1857 ਦੇ ਵਿੱਚ ਅੰਗਰੇਜ਼ਾਂ ਦੇ ਨਾਲ ਲੜੇ ਸੀਗੇ। ਇਹਦੇ ਬਾਰੇ ਤੁਸੀਂ ਮਾੜਾ ਜਿਹਾ ਲੇਖ ਕਰੋ ਤਾਂ ਕਿ ਪੰਜਾਬੀਆਂ ਦੀ ਜਿਹੜੀ ਗੱਲ ਹੈਗੀ ਆ ਕਿ ਇਹ ਤਾਂ ਹਮੇਸ਼ਾ ਹੀ ਵਫਾਦਾਰ ਰਹਿੰਦੇ ਆ, ਉਹ ਸਾਹਮਣੇ ਆ ਸਕੇ। ਜਿਹੜੇ ਗੱਲ ਕਰਦੇ 1857 ਦੀ ਵੀ ਸਿੱਖ ਅੰਗਰੇਜ਼ਾਂ ਦੇ ਨਾਲ ਲੜੇ। 1857 ਦੇ ਪਹਿਲਾਂ ਜਿਹੜੇ ਹਿੰਦੁਸਤਾਨੀ ਅੰਗਰੇਜ਼ਾਂ ਦੇ ਨਾਲ ਲੜੇ, ਉਹ ਕੌਣ ਹੈ? ਜਿਨ੍ਹਾਂ ਨੇ ਸਿੱਖ ਸਟੇਟ ਦੇ ਉੱਤੇ ਹਮਲਾ ਕੀਤਾ, ਖਾਲਸਾ ਰਾਜ ਦੇ ਉੱਤੇ ਹਮਲਾ ਕੀਤਾ ਅੰਗਰੇਜ਼ਾਂ ਨਾਲ ਮਿਲ ਕੇ, ਉਹ ਕੌਣ ਲੋਕ ਸੀਗੇ? ਕਿਸੇ ਨੇ ਇਹ ਗੱਲ ਨੂੰ ਕਦੇ ਸੋਚਿਆ? ਜੇ 1857 ਦਾ ਵਿਦਰੋਹ ਕਾਮਯਾਬ ਹੋ ਜਾਂਦਾ, ਅੱਜ ਹਿੰਦੁਸਤਾਨ ਦਾ ਕੀ ਹੋਣਾ ਸੀ? ਇੱਕ ਮੁਗਲਿਆ ਸਟੇਟ ਹੋਣੀ ਸੀ, ਹੈਡਡ ਬਾਏ ਮੁਗਲ ਐਂਪਰਰ। ਤੇ ਉਸੇ ਤਹਿਤ ਇਦਾਂ ਨਹੀਂ ਲੱਗਦਾ ਕਿ ਜਿੱਦਾਂ ਅਨੰਦਪੁਰ ਸਾਹਿਬ ਜਿਹੜਾ ਮਤਾ ਹੈਗਾ, ਇਹ ਮੇਰੇ ਵੀ ਦਿਮਾਗ ਦੇ ਵਿੱਚ ਇਹੀ ਸੀਗਾ ਕਿ ਜਿੱਦਾਂ ਇਹਦੇ ਵਿੱਚ ਕੋਈ ਸੈਪਰੇਟਿਸਟ ਜਾਂ ਐਕਸਟਰਾਆਰਡੀਨਰੀ ਫੈਡਰਲ ਸਟਰਕਚਰ ਦੀ ਡਿਮਾਂਡ ਕੀਤੀ ਗਈ ਹੋਵੇ,
ਪਰ ਜਦੋਂ ਪੜ੍ਹ ਕੇ ਤੁਸੀਂ ਦੱਸਿਆ ਤੇ ਆਪਾਂ ਪੜ੍ਹਿਆ ਵੀ ਪਰ ਇਹਦੇ 'ਚ ਸਟੇਟਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕੀਤੀ ਹੈ। ਜਿਹੜੀ ਪਾਵਰ ਸੈਂਟਰ ਦੱਬੀ ਬੈਠਾ ਉਹਨੂੰ ਡੀਸੈਂਟਰਲਾਈਜ਼ ਕਰਨ ਦੀ ਗੱਲ ਕੀਤੀ ਹੈ। ਉਹਦੇ 'ਚ ਇਹ ਕਿਹਾ ਗਿਆ ਵੀ ਜਿਹੜੀ ਮੇਨ ਪਾਵਰ ਹੈ ਉਹ ਸੈਂਟਰ ਦੇ ਕੋਲ ਰਹੇ, ਬਾਕੀ ਸਟੇਟਾਂ ਕੋਲ ਆਪਣੀਆਂ ਪਾਵਰਾਂ ਹੋਣ, ਸਟੇਟਾਂ ਗਰੋ ਕਰ ਸਕਣ। ਜਿਵੇਂ ਕਿ US ਦਾ ਫੈਡਰਲ ਸਟਰਕਚਰ ਹੈ, ਹੋਰ ਕੰਟਰੀਆਂ ਦਾ ਫੈਡਰਲ ਸਟਰਕਚਰ ਹੈ, ਹਰ ਸਟੇਟ ਕੋਲ ਆਪਣੇ ਅਧਿਕਾਰ ਹੋਣੇ ਚਾਹੀਦੇ ਹੈ, ਆਪਣੇ ਰਾਈਟਸ ਹੋਣੇ ਚਾਹੀਦੇ ਹੈ। ਸਭ ਤੋਂ ਜ਼ਿਆਦਾ ਹੁਣ ਪੈਸਾ ਜਿਹੜਾ ਟੈਕਸ ਦਾ ਉਹ ਸੈਂਟਰ ਚੱਕ ਲੈ ਜਾਂਦਾ, ਮੁੜ ਕੇ ਸਟੇਟਾਂ ਭਿਖਾਰੀਆਂ ਮੰਗਣ ਉਸ ਪੈਸਾ ਮੰਗਦੀਆਂ। ਸੋ ਐਸੇ ਸਿਰਫ ਪਾਵਰ ਡੀਸੈਂਟਰਲਾਈਜ਼ ਦੀ ਗੱਲ ਕੀਤੀ ਹੈ, ਕਿਤੇ ਸੈਪਰੇਟ ਸਟੇਟ ਦੀ ਗੱਲ ਨਹੀਂ ਕੀਤੀ ਕਿਸੇ ਨੇ ਇਹਦੇ 'ਚ। ਅਤੇ ਹੁਣ ਐਸੇ ਏਜੰਡੇ ਨੂੰ CPIM DMK ਇਹ ਸਾਰੇ ਇਹਨਾਂ ਨੂੰ ਅਡਾਪਟ ਕਰ ਸਕੇ ਸੀ ਅਤੇ ਇਹਦੇ ਨਾਲ ਸਹਿਮਤ ਸੀ ਸਾਰੇ। ਅਤੇ ਕਿਵੇਂ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਇਹਨੂੰ ਇੱਕ ਖਾਲਿਸਤਾਨੀ ਮੂਵਮੈਂਟ ਬਣਾ ਕੇ ਸਾਡੇ ਨੌਜਵਾਨਾਂ ਦਾ ਜੋ ਸ਼ਿਕਾਰ ਖੇਡਿਆ, ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਕੌਮ ਨੇ ਜਿਨ੍ਹਾਂ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹੋਣ ਅਤੇ ਆਜ਼ਾਦ ਹੋਣ ਤੋਂ ਬਾਅਦ ਅਸੀਂ ਉਸ ਤੋਂ ਜ਼ਿਆਦਾ ਆਪਣਾ ਦੁੱਖ ਸਹੇ ਹਾਂ। ਅਤੇ ਆਪਣਾ 1947 ਤੋਂ ਬਾਅਦ ਸਾਡੇ ਨਾਲ ਜ਼ਿਆਦਾ ਜ਼ਬਰ ਹੋਇਆ 47 ਤੋਂ ਪਹਿਲਾਂ ਤੋਂ। ਪ੍ਰਧਾਨ ਜੀ, ਸਰੋਤਿਆਂ ਨੂੰ ਇੱਕ ਗੱਲ ਇਹ ਵੀ ਦੱਸੋ, ਥੋੜ੍ਹੀ ਜ਼ਾਹਿਰ ਕਰੋ ਕਿ ਕਸ਼ਮੀਰ ਨੂੰ ਜਿੱਦਾਂ ਅਸੀਂ ਕਸ਼ਮੀਰ ਲਿੱਤਾ ਜਾਂ ਹੈਦਰਾਬਾਦ ਜਾਂ ਗੋਆ, ਜਦੋਂ ਪਾਰਟੀਸ਼ਨ ਹੋਈ ਹੈਗੀ ਹੈ ਹਿੰਦੁਸਤਾਨ ਦੀ ਪਾਕਿਸਤਾਨ ਅਤੇ ਇੰਡੀਆ ਦੇ ਵਿਚਕਾਰ, ਅਤੇ ਪੰਜਾਬ ਨੇ ਕਿੱਧਰ ਚੂਜ਼ ਕੀਤਾ? ਦੇਖੋ, ਪੰਜਾਬ ਨੇ ਹਿੰਦੁਸਤਾਨ ਨੂੰ ਚੂਜ਼ ਕੀਤਾ। ਅਤੇ ਇਹ ਫਿਰ ਇਸ ਟਾਈਮ 'ਤੇ ਤਾਂ ਕਿਸੇ ਮਤਲਬ ਕਿਤੇ ਕਿੱਦਾਂ ਗੱਲ ਆ ਜਾਂਦੀ ਹੈ ਕਿ ਇਹ ਸੈਪਰੇਟਿਸਟ ਜਿਹੜੀ ਸਟੇਟ ਹੈਗੀ ਹੈ, ਇਹਨੂੰ ਇੱਦਾਂ ਕਿਉਂ? ਕਿਉਂਕਿ ਅਸੀਂ ਨਿਆਂ ਦੀ ਗੱਲ ਕਰਦੇ ਹਾਂ, ਅਸੀਂ ਇੱਕ ਸੱਚੀ ਸੋਚ ਰੱਖਦੇ ਹਾਂ, ਅਸੀਂ ਗਲਤ ਨੂੰ ਗਲਤ ਕਹਿੰਦੇ ਹਾਂ, ਅਸੀਂ ਠੀਕ ਨੂੰ ਠੀਕ ਕਹਿੰਦੇ ਹਾਂ। ਕਿਉਂਕਿ ਹਿੰਦੁਸਤਾਨ ਦੇ ਵਿੱਚ 1947 ਤੋਂ ਬਾਅਦ ਜੋ ਚਰਚਿਲ ਨੇ ਕਿਹਾ ਸੀ ਵੀ ਪਾਵਰ ਵਿਲ ਗੋਜ਼ ਇਨਟੂ ਦੀ ਹੈਂਡਸ ਆਫ ਬਲੈਕ ਠੱਗਸ, ਇਹ ਅੱਜ ਪ੍ਰੂਵ ਹੋ ਗਈ ਚਰਚਿਲ ਦੀ ਜਿਹੜੀ ਭਵਿੱਖਬਾਣੀ ਸੀ। ਕਿਉਂਕਿ ਜਿਹੜੇ ਕਾਲੇ ਠੱਗ ਹੈ ਉਹ ਹਿੰਦੁਸਤਾਨ ਦੀ ਸੱਤਾ 'ਚ ਕਾਬਜ ਹੋ ਚੁੱਕੇ ਹੈ, ਅਤੇ ਉਹਨਾਂ ਨੂੰ ਪਤਾ ਕਿ ਜਿਹੜਾ ਸਭ ਤੋਂ ਜ਼ਿਆਦਾ ਜੇ ਕੋਈ ਰਿਵੋਲਟ ਕਰੇਗਾ, ਗੱਲ ਕਰੇਗਾ ਸੱਚਾਈ ਦੀ, ਇਮਾਨਦਾਰੀ ਦੀ, ਅਤੇ ਉਹ ਸਿੱਖ ਹੈ, ਉਹ ਪੰਜਾਬੀ ਹੈ। ਪੰਜਾਬ ਇੱਕ ਸਟੇਟ ਵੋਲੇਟਾਈਲ ਸਟੇਟ ਹੈ ਜਿਹੜੀ ਇਸ ਗੱਲ ਨੂੰ ਰਿਵੋਲਟ ਕਰ ਸਕਦੀ ਉਹਨਾਂ ਦੇ ਖਿਲਾਫ। ਅਤੇ ਉਹਨਾਂ ਨੇ ਹਰ ਹੱਥਕੰਡਾ ਅਪਣਾਇਆ ਵੀ ਇਹਨਾਂ ਨੂੰ ਉਜਾੜਿਆ ਜਾਏ, ਇਕਨੋਮਿਕਲੀ ਵੀਕ ਕੀਤਾ ਜਾਵੇ, ਸੋਸ਼ਲੀ ਵੀਕ ਕੀਤਾ ਜਾਵੇ। ਐਜੂਕੇਸ਼ਨ ਦੇ ਵਿੱਚ ਪੰਜਾਬ ਇੱਕ ਨੰਬਰ ਸੀ। ਖਾਲਸਾ ਸਕੂਲ ਹਰ ਇੱਕ ਸ਼ਹਿਰ ਦੇ ਵਿੱਚ ਐਸਟੈਬਲਿਸ਼ ਕੀਤੇ ਹੋਏ ਸੀ, ਅਸੀਂ ਉਹਨਾਂ ਨੂੰ ਫੇਲ ਕੀਤਾ ਗਿਆ। ਦੇਖੋ, ਇਹ ਵੀ ਇੱਕ ਡਿਮਾਂਡ ਰੱਖੀ ਗਈ ਆ ਇਸ ਰੈਜ਼ੋਲੂਸ਼ਨ ਦੇ ਵਿੱਚ ਕਿ ਜਿਹੜੀਆਂ ਆਸ-ਪਾਸ ਦੀਆਂ ਸਟੇਟਸ ਜਿਹੜੀਆਂ ਪਹਿਲਾਂ ਪੰਜਾਬ ਦਾ ਇੱਕ ਸਾਂਝੇ ਪੰਜਾਬ ਦਾ ਹਿੱਸਾ ਸੀ, ਉਹਦੇ ਵਿੱਚ ਪੰਜਾਬੀ ਐਜ਼ ਸੈਕੰਡ ਲੈਂਗੁਏਜ ਇਹ ਤਾਂ ਰਾਈਟ ਹੈ। ਪੰਜਾਬ ਕੋਈ ਜਿਹੜੀ ਅੱਜ ਆਪਾਂ ਪੰਜਾਬ ਗੱਲ, ਉਹ ਪੰਜਾਬ ਨਹੀਂ ਹੈ। ਪੰਜਾਬ 5 ਆਬਾਂ ਦਾ, 5 ਦਰਿਆਵਾਂ ਦੀ ਧਰਤੀ ਹੈ। ਜਿੱਥੇ ਤੱਕ 5 ਇਹ ਦਰਿਆ ਚੱਲਦੇ ਹੈ, ਜਿੱਥੇ ਤੱਕ ਇਹ ਦਰਿਆ ਛੂਕਦੇ ਹੈ, ਉੱਥੇ ਤੱਕ ਸਾਡੀ ਭਾਸ਼ਾ ਹੈ। ਅਤੇ ਉਹਨੂੰ ਬੜੇ ਤਰੀਕੇ ਨਾਲ ਹੁਣ ਹਰਿਆਣੇ ਨੇ ਸੈਕੰਡ ਲੈਂਗੁਏਜ ਤਾਮਿਲ ਕੀਤੀ ਹੋਈ ਹੈ। ਦੇਖੋ ਕਿੰਨੀ ਸ਼ਰਮ ਦੀ ਗੱਲ ਹੈ। ਇਹ ਸਿਰਫ ਕਾਹਦੇ ਵਾਸਤੇ? ਸਾਨੂੰ ਬੇਇੱਜ਼ਤ ਕਰਨ ਵਾਸਤੇ ਵੀ ਹਰਿਆਣੇ ਦੇ ਵਿੱਚ ਜਿਹੜੇ ਪੰਜਾਬੀ ਆ ਸਿੱਖ ਵਸਦੇ ਆ ਉਹ ਸੈਕੰਡ ਲੈਂਗੁਏਜ ਤਮਿਲ ਪੜ੍ਹਨ। ਦੱਸੋ ਮੈਨੂੰ ਕਿੰਨੇ ਹਰਿਆਣੇ ਦੇ ਲੋਕਾਂ ਤਮਿਲ ਪੜ੍ਹ ਰਹੇ ਉਹਦੇ? ਰਾਜੀ, ਹੁਣ ਜਿੱਦਾਂ ਕਿਸਾਨ ਮੋਰਚਾ ਹੋਇਆ, ਸਾਰਾ ਕੁਝ ਹੋਇਆ, ਅਤੇ ਇਸ ਤੋਂ ਬਾਅਦ ਤੁਸੀਂ ਤੁਹਾਨੂੰ ਸਮਝਦੇ ਹੋ ਕਿ ਜਿਹੜੀ ਜਿੱਦਾਂ ਤਾਮਿਲ ਦੀ ਜਗ੍ਹਾ 'ਤੇ ਪੰਜਾਬੀ ਆ ਸਕਦੀ ਆ ਹਰਿਆਣੇ ਦੇ? ਨਹੀਂ, ਹੁਣ ਇਹਨਾਂ ਨੇ ਸੈਕੰਡ ਲੈਂਗੁਏਜ ਕਰੀ ਹੈ, ਲੇਕਿਨ ਤਾਮਿਲ ਨੇ ਵੀ ਰੱਖਿਆ ਹੋਇਆ, ਜਦਕਿ ਤਮਿਲਨਾਡੂ ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਹੈ। ਸੁਸਾਇਟੀ ਨਾਲ ਜਾਂ ਉੱਥੇ ਦੇ ਸੋਸ਼ਲ ਸਟਰਕਚਰ ਨਾਲ ਸਾਡਾ ਕੋਈ ਮਤਲਬ ਹੀ ਹੈ ਨਹੀਂ। ਹਰਿਆਣਾ ਅਤੇ ਪੰਜਾਬ ਦਾ ਜਿਹੜਾ ਸੋਸ਼ਲੀ ਅਤੇ ਕਲਚਰਲੀ ਉਹ ਸੇਮ ਹੈ, ਇੱਕੋ ਹੈ ਪੰਜਾਬ ਅਤੇ ਹਰਿਆਣਾ। ਬਿਲਕੁਲ। ਅਤੇ ਜਿਹਨੂੰ ਪੰਜਾਬ ਦੀ ਗੱਲ ਕਰੀਏ, ਪੰਜਾਬ ਤਾਂ ਹੁਣ ਪਾਕਿਸਤਾਨ ਤੱਕ ਫੈਲਿਆ ਹੋਇਆ। ਪੰਜਾਬੀ ਭਾਸ਼ਾ ਦੀ ਲੜਾਈ ਤਾਂ ਪਾਕਿਸਤਾਨ 'ਚ ਵੀ ਪੰਜਾਬੀ ਲੜ ਰਹੇ। ਸੋ ਉਹੀ ਲੜਾਈ ਅਸੀਂ ਹਿੰਦੁਸਤਾਨ 'ਚ ਲੜ ਰਹੇ। ਸਾਡੀ ਭਾਸ਼ਾ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੱਟ ਮਾਰ ਕੇ ਸਕੂਲਾਂ 'ਚੋਂ, ਇੰਸਟੀਟਿਊਸ਼ਨ 'ਚੋਂ ਕੱਢਣ ਦੀਆਂ ਕੋਸ਼ਿਸ਼ਾਂ ਕਰਦੇ ਹੈ, ਅਤੇ ਕਈ ਵਾਰ ਕਹਿੰਦੇ ਵੀ ਅੱਛਾ ਇਹਨੂੰ ਪੰਜਾਬੀ ਆਉਂਦੀ ਹੈ, ਅਤੇ ਸਾਨੂੰ ਹੀ ਐਂ ਕਰਦੇ ਵੀ ਜੇ ਇਹਨੂੰ ਵੀ ਜਿਵੇਂ ਸੈਕੰਡ ਗ੍ਰੇਡ ਸਿਟੀਜ਼ਨ ਹੁੰਦਾ। ਭਾਸ਼ਾ ਦੀ ਲੜਾਈ ਤਾਂ ਪ੍ਰਧਾਨ ਜੀ ਜਿਹੜੀ ਸੰਸਕ੍ਰਿਤ ਹੈਗੀ ਆ, ਜਿਹੜੇ ਸੰਸਕ੍ਰਿਤ ਕੁਛ ਬੋਲਣ ਵਾਲੇ ਕੁਛ ਲੋਕ ਹੈਗੇ ਆ ਹਿੰਦੁਸਤਾਨ 'ਚ, ਉਹ ਵੀ ਲੜ ਰਹੇ ਨੇ। ਕੋਈ ਸਮਾਨਤਾ ਹੈਗੀ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ, ਸੰਸਕ੍ਰਿਤ ਦੇ ਵਾਸਤੇ ਲੜਾਈ ਅਤੇ ਪੰਜਾਬੀ ਦੇ ਵਾਸਤੇ ਲੜਾਈ? ਬਹੁਤ ਅੰਤਰ ਹੈ, ਕਿਉਂਕਿ ਸੰਸਕ੍ਰਿਤ ਕਿਸੇ ਦੀ ਮਾਂ ਬੋਲੀ ਨਹੀਂ ਹੈ। ਸੰਸਕ੍ਰਿਤ ਤਾਂ ਇੱਕ ਛੋਟੇ ਜਿਹੇ ਤਬਕੇ ਦੀ ਲੈਂਗੁਏਜ ਹੈ। ਪੰਜਾਬੀ ਤਾਂ ਹਰ ਇੱਕ ਇਹਨੂੰ ਮਾਂ ਬੋਲੀ ਕਿਹਾ ਗਿਆ
ਵੀ ਹਰ ਇੱਕ ਸ਼ਖਸ ਦੀ ਜੋ ਇਸ ਧਰਤੀ ਤੇ ਜੰਮਿਆ, ਜੋ ਇੱਥੇ ਭਾਸ਼ਾ ਬੋਲੀ ਜਾਂਦੀ ਹੈ, ਇਹ ਉਹ ਬੋਲੀ ਹੈ ਤੇ ਸਾਡੀ ਉਹ ਬੋਲੀ ਖਤਮ ਕਰਕੇ ਇਹ ਆਪਣੀਆਂ ਬੋਲੀਆਂ ਥੋਪਣੀਆਂ ਚਾਹੁੰਦੇ ਨੇ। ਇੱਕ ਡਿਮਾਂਡ ਛੋਟੀ ਜਿਹੀ ਇਹ ਵੀ ਸੀਗੀ ਇਹਦੇ ਵਿੱਚ ਪ੍ਰਧਾਨ ਜੀ ਕਿ ਇਹ ਚੰਡੀਗੜ੍ਹ ਜਿਹੜਾ ਹੈਗਾ, ਜਿਹੜਾ ਸੰਯੁਕਤ ਪੰਜਾਬ ਦੀ ਰਾਜਧਾਨੀ ਦੇ ਤੌਰ ਤੇ ਸੀਗਾ, ਇਹਨੂੰ ਪੰਜਾਬ ਨੂੰ ਦੇ ਦਿੱਤਾ ਜਾਏ, ਇਹਦੇ ਬਾਰੇ ਕੁਝ ਦੱਸੋ। ਰਾਈਟ ਹੈ, ਪੰਜਾਬ ਦੇ ਵਿੱਚੋਂ ਤੁਸੀਂ ਕ੍ਰੀਏਟ ਕੀਤਾ ਹਰਿਆਣਾ, ਤੇ ਪੰਜਾਬ ਨੇ ਆਪਣੀ ਕੈਪੀਟਲ ਆਪਣੇ ਰੈਵਨਿਊ ਦੇ ਉੱਤੇ ਉਹਨੂੰ ਬਣਾਇਆ ਬਸਾਇਆ, ਉਹ ਤੁਸੀਂ ਕਿਵੇਂ ਡਿਵਾਈਡ ਕਰ ਲਈ? ਉਹ ਤਾਂ ਪੰਜਾਬ ਦਾ ਹੀ ਰਾਈਟ ਸੀ, ਫਸਟ ਰਾਈਟ। ਪ੍ਰਧਾਨ ਜੀ ਸਰੋਤਿਆਂ ਨੂੰ ਇੱਕ ਗੱਲ ਦੱਸੋ, ਥੋੜੀ ਹਟਵੀਂ ਗੱਲ ਆ, ਇੰਨੀ ਸਾਹਮਣੇ ਉੱਦਾਂ ਦਾ ਸਾਹਮਣੇ ਬਿਲਕੁਲ ਆਉਂਦੀ ਹੈ, ਪਰ ਕਈ ਵਾਰ ਸਮਝ ਇਸ ਤਰ੍ਹਾਂ ਨਹੀਂ ਆਉਂਦੀ ਕਿ ਇਹ ਸੈਂਟਰ ਜਿਹੜੀ ਹੈਗੀ ਹੈ ਕਿਹੜੀ ਸਟੇਟ ਆ, ਸੈਂਟਰ ਕਿੱਥੋਂ ਆਉਂਦਾ? ਸੈਂਟਰ ਕੋਈ ਸਟੇਟ ਨਹੀਂ ਹੈ। ਸੈਂਟਰ ਦੇ ਵਿੱਚ ਕੁਝ ਜਿਹੜੇ ਲੋਕ, ਜਿਹੜੀਆਂ ਸਟੇਟਾਂ ਨੂੰ ਲੁੱਟਣ ਵਾਸਤੇ ਕੁਝ ਲੋਕ ਬੈਠੇ ਆ, ਉਹ ਆਪਣੇ ਆਪ ਨੂੰ ਸੈਂਟਰ ਕਹਿੰਦੇ ਆ। ਕਿਉਂਕਿ ਜਦੋਂ ਹਿੰਦੁਸਤਾਨ, ਮੇਰੇ ਸਮਝ ਤਾਂ ਹੈ ਕਿ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਤੇ ਉਹਦੇ ਵਿੱਚ 634 ਪ੍ਰਿੰਸਲੀ ਸਟੇਟ ਸੀਗੀਆਂ, ਮਤਲਬ 600, ਤੇ ਸੈਂਟਰ ਕੋਈ ਵੀ ਨਹੀਂ ਸੀ। ਸੈਂਟਰ ਤਾਂ ਜਾ ਚੁੱਕਾ ਸੀਗਾ, ਸੈਂਟਰ ਅੰਗਰੇਜ਼ ਸੀ, ਉਸ ਤੋਂ ਪਹਿਲਾਂ ਮੁਗਲ ਸੀ, ਉਹ ਚਲੇ ਗਏ ਸੀਗੇ। ਇਹ ਹੁਣ ਸੈਂਟਰ ਦਾ ਜਿੱਦਾਂ ਹੁਣ ਯੂਨੀਅਨ ਟੈਰੀਟਰੀਆਂ ਬਣਾ ਰਹੇ ਹੈਗੇ, ਨਵੀਆਂ ਤੇ ਨਵੀਆਂ ਯੂਨੀਅਨ ਟੈਰੀਟਰੀਆਂ ਬਣ ਰਹੀਆਂ ਆ, ਪਿੱਛੇ ਜੇ ਵੀ 1 ਸਾਲ ਪਹਿਲਾਂ ਬਣੀ ਆ, ਇਹਦੇ ਬਾਰੇ ਦੱਸੋ ਕਿ ਯੂਨੀਅਨ ਟੈਰੀਟਰੀਆਂ ਜਿਹੜੀਆਂ ਬਣਾਉਣੀਆਂ ਇਸ ਦੇਸ਼ ਵਾਸਤੇ ਠੀਕ ਆ ਕਿ ਨਹੀਂ ਠੀਕ ਹੈ? ਫਿਰ ਤਾਂ ਤੁਸੀਂ ਸਾਰੀਆਂ ਸਟੇਟਾਂ ਹੀ ਖਤਮ ਕਰ ਦਿਓ। ਸਟੇਟਾਂ, ਹਿੰਦੁਸਤਾਨ ਕੋਈ ਇੱਕ ਭਾਸ਼ਾ, ਇੱਕ ਧਰਮ, ਇੱਕ ਜਾਤ ਦਾ ਦੇਸ਼ ਨਹੀਂ ਹੈ, ਮਲਟੀਕਲਚਰਲ ਸੁਸਾਇਟੀ ਹੈ। ਨਾਰਥ ਈਸਟ ਦੇ ਵਿੱਚ ਹੋਰ ਤਰ੍ਹਾਂ ਦੇ ਲੋਕ ਹੈ, ਸਾਊਥ ਦੇ ਵਿੱਚ ਹੋਰ ਤਰ੍ਹਾਂ ਦੇ, ਨਾਰਥ ਦੇ ਵਿੱਚ ਹੋਰ ਤਰ੍ਹਾਂ ਦੇ, ਵੈਸਟ ਦੇ ਵਿੱਚ ਹੋਰ ਤਰ੍ਹਾਂ ਦੇ। ਕੋਈ ਇਹਨਾਂ ਦੀ ਸਮਾਨਤਾ ਨਹੀਂ ਹੈ, ਨਾ ਉਹਨਾਂ ਦੀ ਭਾਸ਼ਾ ਦੀ, ਨਾ ਉਹਦੇ ਪਹਿਰਾਵੇ, ਨਾ ਬੋਲੀ, ਨਾ ਉਹਨਾਂ ਦੇ ਕਲਚਰ ਦੇ ਵਿੱਚ, ਰਹਿਣ ਸਹਿਣ ਦੇ ਵਿੱਚ, ਖਾਣ ਪੀਣ ਦੇ ਵਿੱਚ ਇੰਨੀ ਡਾਈਵਰਸਿਟੀ ਹੈ। ਇੰਨਾ ਬਿਊਟੀਫੁਲ ਕੰਟਰੀ ਹੈ ਜਿਹਨੂੰ ਇਹ ਤੋੜ ਕੇ ਵਿਨਾਸ਼ ਕਰਕੇ ਜਿਸ ਦੇਸ਼ ਦਾ ਇਹਨੂੰ ਮਟੀਆ ਮੇਟ ਕਰਨ ਤੇ ਲੱਗੇ ਹੋਏ। ਤੇ ਜੇ ਮੈਂ ਕਹਿੰਦਾ ਵੀ ਹਰ ਇੱਕ ਹਿੰਦੁਸਤਾਨੀ ਜੇ ਆਨੰਦਪੁਰ ਦੇ ਮਤੇ ਨੂੰ ਪੜ੍ਹੇ ਤੇ ਉਹਨਾਂ ਦੀਆਂ ਅੱਖਾਂ ਖੁੱਲਣਗੀਆਂ ਵੀ ਅੱਜ ਜੋ ਅਕਾਲੀ ਦਲ ਦੇ ਹਾਲਾਤ ਹੈ, ਜਾਂ ਜਿਸ ਲੋ ਲੈਵਲ ਤੇ ਅਕਾਲੀ ਦਲ ਤੁਰਿਆ ਫਿਰਦਾ, ਤੇ ਇੱਕ ਟਾਈਮ ਅਕਾਲੀ ਦਲ ਦਾ ਐਡਾ ਵੱਡਾ ਕਿਰਦਾਰ ਸੀ ਵੀ ਉਹਨਾਂ ਨੇ ਐਸੇ ਰੈਜ਼ੋਲਿਊਸ਼ਨਸ ਲਿਆਂਦੇ ਤਾਂ ਕਿ ਹਿੰਦੁਸਤਾਨ ਦੀ ਤਰੱਕੀ ਦੀ ਜਿਹੜੀ ਸਪੀਡ ਹੈ ਦੁੱਗਣੀ ਹੋ ਸਕੇ, ਚੌਗਣੀ ਹੋ ਸਕੇ। ਪ੍ਰਧਾਨ ਜੀ ਇੱਕ ਮੈਂ ਤੁਹਾਨੂੰ ਹੁਣ ਰਿਕੁਐਸਟ ਕਰਦਾ ਆਖਿਰ ਦੇ ਵਿੱਚ ਕਿ ਇਹ ਜਿਹੜੀਆਂ 12 ਡਿਮਾਂਡਸ ਆ, ਤੁਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਸਰੋਤਿਆਂ ਨੂੰ ਦੱਸ ਸਕਦੇ ਹੋ ਤਾਂ ਕਿ ਇਹ ਸਦਾ ਲਈ ਮਤਲਬ ਆਪਾਂ ਵੀਡੀਓ ਜਿਹੜਾ ਹੈਗਾ ਕਿਸੇ ਵੇਲੇ ਵੀ ਰੈਫਰ ਕੀਤਾ ਜਾ ਸਕੇ। ਦੇਖੋ, ਇੱਕ ਪਹਿਲਾ ਰੈਜ਼ੋਲਿਊਸ਼ਨ ਹੈ ਜਿਹੜਾ ਇਹਦੇ ਵਿੱਚ, ਫਸਟ ਰੈਜ਼ੋਲਿਊਸ਼ਨ ਅਕਾਲੀ ਦਲ ਵੱਲੋਂ ਜਿਹੜਾ 1973 ਦੇ ਵਿੱਚ ਲਿਆਂਦਾ ਗਿਆ ਸੀਗਾ, ਉਹ ਸੀਗਾ ਕਿ ਫੈਡਰਲ ਸਟਰਕਚਰ ਹੋਵੇ ਦੇਸ਼ ਦਾ, ਜਿਹੜੀ ਸੈਂਟਰਲ ਪਾਵਰ ਡੀਸੈਂਟਰਲਾਈਜ਼ ਹੋਵੇ, ਸਟੇਟਾਂ ਕੋਲ ਆਪਣੇ ਅਧਿਕਾਰ ਹੋਣ, ਤੇ ਜਿਹੜੇ ਮੇਨ ਡਿਪਾਰਟਮੈਂਟਸ ਹੈ, ਡਿਫੈਂਸ ਹੈ, ਫੋਰਨ ਅਫੇਅਰ ਹੈ, ਕਰੰਸੀ ਹੈ, ਇਹ ਸੈਂਟਰਲਾਈਜ਼ਡ ਹੋਣਾ ਚਾਹੀਦਾ। ਬਾਕੀ ਸਟੇਟ ਕੋਲ ਆਪਣੇ ਅਧਿਕਾਰ ਹੋਣੇ ਚਾਹੀਦੇ, ਆਪਣੇ ਕਾਨੂੰਨ ਬਣਾ ਸਕੇ, ਜਿਵੇਂ US ਦੇ ਵਿੱਚ ਹੈ, ਹੋਰ ਫੈਡਰਲ ਕੰਟਰੀਆਂ ਦੇ ਵਿੱਚ ਹੈ। ਇੱਕ ਤਾਂ ਇਹ ਡਿਮਾਂਡ ਸੀ, ਤੇ ਇਹ ਡਿਮਾਂਡ ਕਿਤੇ ਵੀ ਸੈਪਰੇਟਿਸਟ ਨਹੀਂ ਹੈ। ਕਿਤੇ ਵੀ ਇਸ ਡਿਮਾਂਡ ਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਪੰਜਾਬ ਨੂੰ ਇੱਕ ਅੱਡ ਕੰਟਰੀ ਬਣਾਇਆ ਜਾਵੇ। ਉਹਨਾਂ ਨੇ ਵੱਧ ਅਧਿਕਾਰ ਦੀ ਗੱਲ ਕੀਤੀ ਹੈ। ਦੂਜਾ ਜਿਹੜਾ ਹੈਗਾ ਇਹਦਾ ਹੈਗੀ ਆ ਵੀ ਜਿਹੜੇ ਇਲੀਗਲ ਐਕਸ਼ਨਸ ਸਿੱਖਾਂ ਤੇ ਪੰਜਾਬੀਆਂ ਤੇ ਕੀਤੇ ਹੈ, ਉਹਨੂੰ ਉਹਦੇ 'ਚ ਇਹਨਾਂ ਨੇ ਭੰਡਿਆ। ਤੇ ਚੰਡੀਗੜ੍ਹ ਜਿਹੜਾ ਹੈਗਾ, ਚੰਡੀਗੜ੍ਹ ਦੀ ਡਿਮਾਂਡ ਕੀਤੀ ਸੀ ਵੀ ਚੰਡੀਗੜ੍ਹ ਪੰਜਾਬ ਵਾਸਤੇ ਰੇਜ਼ ਕੀਤਾ ਗਿਆ ਸੀ, ਪੰਜਾਬ ਨੇ ਰੇਜ਼ ਕੀਤਾ ਸੀ, ਉਹ ਜਿਹੜਾ ਹੈਗਾ ਪੰਜਾਬ ਨੂੰ ਵਾਪਸ ਕੀਤਾ ਜਾਵੇ। ਇਹਦੇ ਨਾਲ ਨਾਲ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਉਹ ਪੰਜਾਬ ਨੂੰ ਦਿੱਤੇ ਜਾਵੇ, ਤੇ ਜਿਹੜਾ BBMB ਦਾ ਹੈਡ ਵਰਕ ਹੈ ਉਹਦੇ ਜਿਹੜੀ ਕੰਟਰੋਲ ਹੈ ਉਹ ਪੰਜਾਬ ਨੂੰ ਦਿੱਤਾ ਜਾਵੇ, ਤਾਂ ਕਿਉਂਕਿ ਉਹ ਪੰਜਾਬ ਦੀ ਪ੍ਰਾਪਰਟੀ ਹੈ। ਤੇ ਤੀਜਾ ਰੈਜ਼ੋਲਿਊਸ਼ਨ ਜਿਹੜਾ ਹੈਗਾ ਇਕਨੋਮੀ ਆਫ ਪੰਜਾਬ, ਮੇਨ ਆਰਟੀਕਲ ਇਹਦੇ ਸੀਗਾ ਕਿ ਜਿਹੜੀ ਇਕਨੋਮਿਕ ਪਾਵਰ ਹੈ ਉਹ ਆਮ ਲੋਕਾਂ ਕੋਲ ਪਹੁੰਚ ਸਕੇ, ਕੈਪੀਟਲਿਜ਼ਮ ਨੂੰ ਜਿਹੜਾ ਹੈਗਾ ਖਤਮ ਕੀਤਾ ਜਾਵੇ, ਤਾਂ ਕਿ ਜਿਹੜਾ ਪੈਸਾ ਹੈ ਜਾਂ ਇਕਨੋਮਿਕਲੀ ਲੋਕ ਹੈ ਜਿਹੜੇ ਉਹ ਆਮ ਲੋਕਾਂ ਤੱਕ ਪਹੁੰਚ ਹੋ ਸਕੇ। ਇਹ ਨਹੀਂ ਹੈ ਕਿ ਇੱਕ ਬੰਦਾ ਅਮੀਰ ਹੋ ਰਿਹਾ ਤਾਂ ਉਹੀ ਅਮੀਰ ਹੁੰਦਾ ਜਾ ਰਿਹਾ, ਤੇ ਜਿਹੜਾ ਵਰਕ ਹੈ ਉਸੇ ਅਕੋਰਡਿੰਗਲੀ ਇਹਨੂੰ ਸੈਟਲ ਕੀਤਾ ਜਾਵੇ। ਤੀਜਾ ਜਿਹੜਾ ਹੈਗਾ, ਚੌਥਾ ਰੈਜ਼ੋਲਿਊਸ਼ਨ ਇਹਦੇ ਵਿੱਚ ਇਹਨਾਂ ਨੇ ਪੰਜਾਬੀ ਲੈਂਗੁਏਜ ਦਾ, ਵੀ ਪੰਜਾਬੀ ਲੈਂਗੁਏਜ ਜਿੱਥੇ ਤੱਕ ਜਿਹੜਾ ਐਕਚੁਅਲ ਪੰਜਾਬ ਹੈ, ਜਿਹੜਾ ਸੋਸ਼ਲੀ ਪੰਜਾਬ ਕਹਿੰਦਾ ਮੈਨੂੰ,
ਵੀ ਉਹਦੇ ਵਿੱਚ ਜਿਹੜੀ ਪੰਜਾਬੀ ਲੈਂਗੁਏਜ ਹੈ ਉਹਨੂੰ ਮਾਣ ਸਤਿਕਾਰ ਦਿੱਤਾ ਜਾਵੇ ਤੇ ਉਹਦਾ ਬਣਦਾ ਹੱਕ ਉੱਥੇ ਲੈਂਗੁਏਜ ਨੂੰ ਦਿੱਤਾ ਜਾਏ। ਪੰਜਾਬੀ ਲੈਂਗੁਏਜ ਜਿਹੜੀ ਹੈ ਹਰਿਆਣੇ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ, ਈਵਨ ਰਾਜਸਥਾਨ ਦੇ ਵਿੱਚ, ਹਿਮਾਚਲ ਦੇ ਵਿੱਚ ਇਹਨੂੰ ਸੈਕੰਡ ਲੈਂਗੁਏਜ ਦਾ ਦਰਜਾ ਦਿੱਤਾ ਜਾਵੇ। 5ਵਾਂ ਰੈਜ਼ੋਲੂਸ਼ਨ ਸੀਗਾ ਜੰਮੂ ਕਸ਼ਮੀਰ ਦਾ ਕਿ ਜਿਹੜੇ ਜੰਮੂ ਕਸ਼ਮੀਰ ਨੂੰ ਜਿਵੇਂ 370 ਹੈ, 370 ਦੇ ਤਹਿਤ ਉਹਨਾਂ ਨੂੰ ਅਧਿਕਾਰ ਦਿੱਤੇ ਹੋਏ ਸੀਗੇ ਵੀ ਜਾਂ ਤਾਂ ਉਹਨੂੰ ਰਿਵੋਕ ਕਰੋ ਜਾਂ ਉਸੇ ਤਰ੍ਹਾਂ ਤੇ ਪੰਜਾਬ ਨੂੰ, ਕਿਉਂ ਪੰਜਾਬ ਨੇ ਵੀ ਉਹੀ ਪਾਰਟੀਸ਼ਨ ਦੇਖਿਆ ਸੀਗਾ ਵੀ ਉਹਨਾਂ ਨੂੰ ਅਧਿਕਾਰ ਉਹਦੇ 'ਚ ਦਿੱਤੇ ਜਾਣ। 6ਵਾਂ ਜਿਹੜਾ ਸੀਗਾ ਵੀ ਜਿਹੜਾ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀਜ਼ ਹੈ, ਇਹ 6ਵਾਂ ਰੈਜ਼ੋਲੂਸ਼ਨ ਹੈ ਵੀ ਮਾਈਨੋਰਟੀਜ਼ ਨੂੰ ਇੱਕ ਨੈਸ਼ਨਲ ਕਮਿਸ਼ਨ ਮਿਲੇ ਜਿਹਦੇ ਨਾਲ ਵੀ ਉਹਨਾਂ ਦੀ ਜਿਹੜੀ ਉਹਨਾਂ ਦੇ ਅੰਦਰ ਸੈਕੰਡ ਉਹ ਨਾ ਆਵੇ ਕਿ ਸਾਨੂੰ ਇੱਥੇ ਕੋਈ ਡਰ ਹੈ, ਭੈ ਹੈ, ਤੇ ਇੱਕ ਕਮਿਸ਼ਨ ਦੀ ਡਿਮਾਂਡ ਹੈ ਇਹਦੇ 'ਚ। ਤੇ ਇਹ ਤਾਂ ਪੂਰੀ ਕੀਤੀ ਗਈ ਪ੍ਰਧਾਨ ਜੀ। ਅੱਧੀਆਂ ਡਿਮਾਂਡਾਂ ਤਾਂ ਵੈਸੇ ਹੀ ਪੂਰੀਆਂ ਹੋ ਗਈਆਂ। 7ਵਾਂ ਰੈਜ਼ੋਲੂਸ਼ਨ ਹੈ ਵੀ ਖੇਤੀਬਾੜੀ 'ਚ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਵੀ ਐਗਰੀਕਲਚਰ ਜਿਹੜੀ ਪ੍ਰੋਡਿਊਸ ਹੈ, ਹੁਣ ਦੇਖੋ ਇੰਨੀ ਨੈਚੁਰਲ ਡਿਜ਼ਾਸਟਰਸ ਹੁੰਦੇ ਹੈ, ਕਦੇ ਬਰਸਾਤ ਹੋ ਗਈ, ਕਦੇ ਅੱਗ ਲੱਗ ਗਈ, ਤੇ ਇੱਕ ਕਿਸਾਨੀ ਹੈ ਜਿਹੜੀ ਇੰਸ਼ੋਰਡ ਨਹੀਂ ਸੀ, ਤੇ ਉਹਨਾਂ ਨੇ ਕਿਹਾ ਵੀ ਜਿਹੜੀ ਫਸਲ ਹੈ ਤੁਸੀਂ ਇਹਨਾਂ ਨੂੰ ਇੰਸ਼ੋਰ ਕਰੋ ਤਾਂ ਕਿ ਜਿਹੜੇ ਕਿਸਾਨ ਹੈ ਉਹ ਇੱਕ ਮਨ ਦੇ ਵਿੱਚ ਜਿਹੜਾ ਨੈਚੁਰਲ ਕਲੈਮਿਟੀ ਦਾ ਡਰ ਹੈ ਉਹਨਾਂ ਦੇ ਵਿੱਚ ਨਾ ਰਹੇ। ਤੀਜਾ ਆ ਗਿਆ ਕੋਡ ਆਫ ਵੇਜਿਸ, ਜਿਹੜਾ 8ਵਾਂ ਰੈਜ਼ੋਲੂਸ਼ਨ ਹੈ। ਉਹਨਾਂ ਕਿ ਵੀ ਜਿਹੜੀ ਸੈਂਟਰ ਦੇ ਸਟੇਟ ਗਵਰਨਮੈਂਟਸ ਹੈ ਵੀ ਉਹਨਾਂ ਨੂੰ ਪੂਅਰ ਤੇ ਲੇਬਰਿੰਗ ਕਲਾਸ ਹੈ ਜਿਹੜੀ, ਉਹਨਾਂ ਦੇ ਵਾਸਤੇ ਮਿਨੀਮਮ ਵੇਜਿਸ ਵਾਸਤੇ ਅਮੈਂਡਮੈਂਟਸ ਕਰਨੀ ਚਾਹੀਦੀ। ਹੁਣ ਇਹਦੇ 'ਚ ਸੈਪਰੇਟ ਸਟੇਟ ਦੀ ਕਿੱਥੇ ਗੱਲ ਹੈ? ਅਸੀਂ ਤਾਂ ਜਿਹੜੇ ਆਮ ਜਿਹੜੇ ਲੇਬਰ ਕਲਾਸ ਹੈ, ਆਮ ਵਰਕਿੰਗ ਕਲਾਸ ਹੈ, ਉਹਦੇ ਵੇਜਿਸ ਦੀ ਗੱਲ ਕਰ ਰਹੇ। 9ਵਾਂ ਹੈਗਾ ਜੀ ਵੀ ਉੱਥੇ ਇੱਕ ਰੇਡੀਓ ਸਟੇਸ਼ਨ ਸਟਾਰਟ ਕੀਤਾ ਜਾਵੇ ਹਰਿਮੰਦਰ ਸਾਹਿਬ ਦੇ ਵਿੱਚ ਤਾਂ ਕਿ ਗੁਰਬਾਣੀ ਹੈ ਜਿਹੜੀ ਉੱਥੋਂ ਪ੍ਰਸਾਰਣ ਹੋ ਸਕੇ। ਇੱਕ ਮੈਂ ਪਹਿਲਾਂ 10ਵਾਂ ਜਿਹੜਾ ਦੱਸ ਚੁੱਕਿਆ ਵੀ ਉਹ ਔਰਤਾਂ ਨੂੰ ਹੱਕ ਪ੍ਰੋਪਰਟੀ 'ਚ ਹੋਣਾ ਚਾਹੀਦਾ, ਤੇ 11ਵਾਂ ਜਿਹੜਾ SC ST ਵਾਸਤੇ ਇਹਨਾਂ ਨੂੰ ਕਿਵੇਂ ਅਪਲਿਫਟ ਕਰਨਾ ਹੈ, ਡਿਪਾਰਟਮੈਂਟਸ ਨੂੰ ਕ੍ਰੀਏਟ ਕੀਤਾ ਜਾਵੇ। ਤੀਜਾ ਹੈ ਜੀ ਸਾਨੂੰ 6 ਸ਼ੂਗਰ ਮਿਲਾਂ ਤੇ 4 ਟੈਕਸਟਾਈਲ ਮਿਲਾਂ ਦੀ ਡਿਮਾਂਡ ਹੈ। ਆਨੰਦਪੁਰ ਦਾ ਮਤਾ। ਸੋ ਸਰੋਤਿਓ, ਆਪਾਂ ਦੱਸਿਆ, ਪ੍ਰਧਾਨ ਜੀ ਨੇ ਸਾਨੂੰ ਦੱਸਿਆ ਕਿ ਬੜਾ ਹੀ ਇਗੈਲੀਟੇਰੀਅਨ ਜਿਹਾ ਇਹ ਡਿਮਾਂਡ ਸੀਗਾ, ਰੈਜ਼ੋਲੂਸ਼ਨ ਸੀਗੀਆਂ, ਬੜੀਆਂ ਛੋਟੀਆਂ-ਛੋਟੀਆਂ ਡਿਮਾਂਡਸ ਨੇ, ਉਹਨਾਂ ਵਿੱਚੋਂ ਕਾਫੀ ਪੂਰੀਆਂ ਹੋ ਗਈਆਂ। ਕਿਤੇ ਵੀ ਇੱਦਾਂ ਦੀ ਕੋਈ ਡਿਮਾਂਡ ਗੱਲਬਾਤ ਵੀ ਨਹੀਂ ਕੀਤੀ ਗਈ, ਦੂਰ ਤੱਕ ਨਹੀਂ ਕੀਤੀ ਗਈ ਕਿ ਕੋਈ ਸੈਪਰੇਟ ਕੰਟਰੀ ਸਾਨੂੰ ਚਾਹੀਦੀ ਹੈ, ਸੈਪਰੇਟ ਜਗ੍ਹਾ ਚਾਹੀਦੀ ਆ। ਉਹ ਤਾਂ ਫੈਡਰਲ ਸਟਰਕਚਰ ਤੇ ਯੂਨਿਟੀ ਐਂਡ ਇੰਟੈਗ੍ਰਿਟੀ ਦੀ ਆਫ ਇੰਡੀਆ ਐਜ਼ ਏ ਹੋਲ ਦੀ ਗੱਲ ਕਰਦੇ ਆ। ਇਸ ਕਰਕੇ ਪ੍ਰਧਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਰੋਤਿਆਂ ਦੀ ਸਾਡੀ ਮੇਰੀਆਂ ਵੇਖਾਂ ਖੋਲੀਆਂ। ਥੈਂਕ ਯੂ ਵੈਰੀ ਮਚ।